ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ very good evening। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਮਿਹਰਬਾਨੀ ਸਾਰੇ ਆਪਣੇ ਸਰੋਤਿਆਂ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਜੀ ਪ੍ਰੋਗਰਾਮ। ਜੌਲ ਸਾਹਿਬ ਅੱਜ ਟਿਕਟੌਕ ਤੇ ਕਾਫੀ ਫੇਸਬੁੱਕਸ ਤੇ ਗੱਲਬਾਤ ਹੋ ਰਹੀ ਹੈ ਜੋ ਡੰਪ ਟਰੱਕਾਂ ਦੀ ਜੋ ਸਟ੍ਰਾਈਕ ਹਾਲੇ ਵੀ ਜਾਰੀ ਹੈ ਜੀ। ਕਈ ਤਾਂ ਚਲੋ ਆਪਣੇ ਮਜਬੂਰੀ ਉਹਨਾਂ ਨੂੰ ਆਪਣੇ ਕੰਮਾਂ ਕਾਰਾਂ ਤੇ ਜਾਣਾ ਪੈ ਰਿਹਾ, ਪਰੰਤੂ ਕਈਆਂ ਦੇ ਘਰ ਦੇ ਸਾਹਮਣੇ ਬੜੀ ਬੇਇੱਜ਼ਤੀ ਵਾਲੀ ਗੱਲ ਹੈ ਜੀ ਕਿ ਇਹ ਹੋ ਰਿਹਾ ਜੀ। ਕਈ ਤਾਂ ਵੈਲ ਨੋਨ ਲੋਕ ਨੇ ਜਿਹੜੇ ਕਹਿੰਦੇ ਕਿ ਗੁਰਦੁਆਰੇ ਦੀ ਕਮੇਟੀ ਤੇ ਵੀ ਕੋਈ ਖੜੇ ਹੋ ਰਹੇ ਨੇ। ਹਾਂ, ਹੁਣੇ ਇਲੈਕਸ਼ਨ ਤਾਂ ਚਲੋ ਹੋ ਹਟੀ ਆ ਵੀਕਐਂਡ ਤੇ, ਪਰ ਇਹ ਸਿਚੁਏਸ਼ਨ ਕੁਛ ਇਸੇ ਤਰ੍ਹਾਂ ਦੀ ਆ ਜੀ ਵੀ ਕਿਉਂਕਿ ਇੱਕ ਇੰਡਸਟਰੀ ਆ ਇਹ ਡੰਪ ਟਰੱਕਿੰਗ ਦੀ, ਐਸੋਸੀਏਸ਼ਨ ਵੀ ਬਕਾਇਦਾ ਤੌਰ ਤੇ ਹਨ। ਉਹਦੇ ਵਿੱਚ ਫਿਰ ਜਦੋਂ ਮਹਿਸੂਸ ਕੀਤਾ ਜਾਂਦਾ ਜੀ ਵੀ ਇੱਕ ਬਿਗਰ ਗਰੁੱਪ ਦੇ ਵੱਲੋਂ ਵੀ ਉਹਨਾਂ ਨੂੰ ਕੰਮ ਕਰਕੇ ਵੀ ਉਹ ਕੰਮ ਤੇ ਦੇਖੋ ਤਿਆਰ ਹੋ ਕੇ ਵੀ ਜਾਣਾ, ਆਪਣੇ ਦਿਨ ਭਰ ਨੂੰ ਪਲਾਨ ਕਰਕੇ ਜਾਣਾ, ਕਈ ਵਾਰੀ ਤੇ ਆਪਣਾ ਪ੍ਰਸ਼ਾਦਾ ਪਾਣੀ ਵੀ ਘਰੋਂ ਲੈ ਕੇ ਜਾਣਾ, ਟਰੱਕ ਆਪਣੀ ਗੱਡੀ ਲੈ ਕੇ ਜਾਣਾ, ਉਹਦੀਆਂ ਕਿਸ਼ਤਾਂ ਵੀ ਹੈਗੀਆਂ, ਉਹਦੇ ਖਰਚੇ ਨੇ। ਪਰ ਅਰਸ਼ ਜਦੋਂ ਕਰਾ ਕੇ ਜਾਣੀ ਸ਼ਾਮਾਂ ਨੂੰ ਜਾਂ ਦੇਰ ਰਾਤ ਨੂੰ ਮੋੜਨਾ ਆ ਤੇ ਉਹਨਾਂ ਨੇ ਕੈਲਕੂਲੇਟ ਕਰਨਾ ਵੀ ਕੀ ਖੱਟ ਕੇ ਲਿਆਂਦਾ ਤੇ ਫੇਰ ਹੋ ਜਾਂਦਾ ਵੀ ਜੀ ਮੈਂ ਤੇ ਜੇਬ ਚੋਂ ਪਾ ਲਿਆ $100 ਵੀ ਮੈਂ ਖੱਟ ਕੇ ਤਾਂ ਕੀ ਲਿਆਉਣਾ ਸੀ, ਵੀ ਮੈਂ ਤੇ ਪੱਲਿਓ ਨਾਲੇ ਆਪਣਾ ਟਰੱਕ ਵੀ ਭੰਨਿਆ ਨਾਲੇ ਆਪਣੀ ਦਿਹਾੜੀ ਲਾਈ। ਤੇ ਜਾਣੀ ਕਿ ਵੋਲੰਟੀਅਰਿੰਗ ਚ ਵੀ ਹੁੰਦਾ ਵੀ ਬੰਦਾ ਚਲੋ ਉੱਥੋਂ ਖਾ ਪੀ ਕੇ ਆਉਂਦਾ ਵੀ ਮੁਫ਼ਤ ਦੇ ਵਿੱਚ, ਜੇ ਕੁਛ ਉਹਨਾਂ ਨੂੰ ਉੱਥੋਂ ਮਿਲਦਾ ਨਹੀਂ ਤੇ ਕੁਛ ਦੇਣਾ ਵੀ ਨਹੀਂ ਪੈਂਦਾ ਪੱਲਿਓ ਜੀ। ਪਰ ਇਹ ਤੇ ਵੋਲੰਟੀਅਰ ਦੇ ਨਾਲੋਂ ਵੀ ਜਾਣੀ ਗਿਆ ਗੁਜ਼ਰਿਆ ਕੰਮ ਵੀ ਨਾਲੇ ਉਹਨਾਂ ਲਈ ਕੰਮ ਕਰੋ ਤੇ ਨਾਲੇ ਪੱਲਿਓ ਘਾਟਾ ਪਾ ਕੇ ਘਰ ਨੂੰ ਮੁੜ ਆਓ। ਹਾਂਜੀ ਜੀ। ਸੋ ਉਸ ਲਿਹਾਜ਼ ਨਾਲ ਹੀ ਇਹ ਹੈ ਜੀ ਵੀ ਫਿਰ ਆਪਣੀ ਸਾਰੀ ਸਿਚੁਏਸ਼ਨ ਨੂੰ ਕੈਲਕੂਲੇਟ ਕਰਕੇ ਇਹਨਾਂ ਨੇ ਮਹਿਸੂਸ ਕੀਤਾ ਵੀ ਇਹਦੇ ਨਾਲ ਤੇ ਫਿਰ ਟਰੱਕ ਖੜੇ ਹੀ ਚੰਗੇ ਆ ਤੇ ਖੜਿਆਂ ਦਾ ਥੋੜਾ ਬਹੁਤਾ ਚਲੋ ਨੁਕਸਾਨ ਜ਼ਿਆਦਾ ਹੁੰਦਾ ਪਰ ਟੁੱਟ ਭੱਜ ਤੋਂ ਤੇ ਬਚਾ ਰਹਿੰਦਾ ਨਾ। ਜੀ। ਪਰ ਉਹਦੇ ਨਾਲ ਹੀ ਵੀ ਜੇ ਉਹਨਾਂ ਨੂੰ ਲੱਗੇ ਵੀ ਇੱਕ ਸੈਕਸ਼ਨ ਆ ਜਿਹੜਾ ਜੀ ਵੀ ਉਹ ਜੇ ਕੋਆਪਰੇਟ ਕਰਨ ਤਾਂ ਸਾਡਾ ਜਿਹੜਾ ਜੀ ਵੀ ਇਹ ਐਜੀਟੇਸ਼ਨ ਆ ਇਹ ਜਲਦੀ ਕੋਈ ਰੈਜ਼ੋਲੂਸ਼ਨ ਨਿਕਲ ਸਕਦਾ, ਜਿਹਦੇ ਕਰਕੇ ਫਿਰ ਉਹ ਹੋਰ ਸਪੋਰਟ ਜਾਂ ਕਹ ਲਓ ਵੀ ਕਮਿਊਨਿਟੀ ਦੇ ਵਿੱਚ ਇਸ ਤਰੀਕੇ ਦੇ ਨਾਲ ਵੀ ਆਪਣੀ ਟਰੱਕਿੰਗ ਕਮਿਊਨਿਟੀ ਦੇ ਵਿੱਚ ਹੀ ਹੋਰ ਸਪੋਰਟ ਦੇ ਲਈ ਇਹ ਜਿਹੜਾ ਡੈਮੋਨਸਟ੍ਰੇਸ਼ਨ ਦਾ ਅੱਜ ਪ੍ਰੋਟੈਸਟ ਆ ਉਹ ਦੇਖੇ ਗਏ। ਕੁਝ ਇੱਕ ਬਿਜ਼ਨਸ ਲੋਕੇਸ਼ਨਸ ਤੇ ਵੀ ਇੱਥੇ ਜਿਹੜਾ ਘਰਾਂ ਦੇ ਅੱਗੇ ਜਾਣੀ ਕਿ ਇੱਥੇ ਕੈਨੇਡਾ ਦੇ ਵਿੱਚ ਪੰਜਾਬੀਆਂ ਨੇ ਨਵਾਂ ਸੱਭਿਆਚਾਰ ਕਲਚਰ ਪੈਦਾ ਕੀਤਾ ਵੀ ਜਿਹੜਾ ਆਪਣਾ ਇੰਪਲੋਇਰ ਆ ਜਾਂ ਜਿਹਦੇ ਨਾਲ ਆਪਾਂ ਨੂੰ ਜਾਣੀ ਕੋਈ ਪਰੇਸ਼ਾਨੀ ਆ ਵੀ ਉਹਨਾਂ ਦੇ ਘਰਾਂ ਦੇ ਅੱਗੇ ਜਾ ਕੇ ਪ੍ਰੋਟੈਸਟ ਜਿਹੜੇ ਕਰਨੇ ਆ ਵੀ ਉਹ ਉਸ ਕੜੀ ਦੇ ਵਿੱਚ ਵੀ ਜਾਣੀ ਪ੍ਰੋਟੈਸਟ ਜਿਹੜੇ ਅੱਜ ਹੋਏ। ਤੇ ਕੁੱਲ ਮਿਲਾ ਕੇ ਫਿਰ ਇਹ ਹੈ ਜੀ ਵੀ ਸ਼ਾਮ ਤੱਕ ਜਾਣੀ ਇਹ ਪਤਾ ਲੱਗਾ ਸੀਗਾ ਵੀ ਥੋੜੀ ਸਪੋਰਟ ਉਹਨਾਂ ਨੂੰ ਵੱਧ ਮਿਲੀ ਆ ਵੀ ਇਸ ਤਰ੍ਹਾਂ ਉਹਨਾਂ ਨੂੰ ਜਿਹੜਾ ਅਵੇਅਰਨੈਸ ਪੈਦਾ ਕਰਨ ਦਾ ਇਹ ਫਾਇਦਾ ਹੋਇਆ ਵੀ ਕੁਝ ਜਿਹੜੇ ਲੋਕ ਨਹੀਂ ਸੀ ਸਾਥ ਦੇ ਰਹੇ ਉਹ ਸਾਥ ਦੇਣ ਨੂੰ ਰਾਜ਼ੀ ਹੋ ਗਏ। ਅੱਛਾ। ਸੋ ਚਲੋ ਜੀ ਵੀ ਇਹ ਸਿਚੁਏਸ਼ਨ ਦੇ ਵਿੱਚ ਵਾਇਲੈਂਸ ਨਹੀਂ ਹੋਣੀ ਚਾਹੀਦੀ, ਨਾ ਕਿਸੇ ਨੂੰ ਕੋਈ ਮੰਦੇ ਬੋਲ ਬੋਲੇ ਹੋਣੇ ਚਾਹੀਦੇ ਆ ਵੀ ਜੇ ਜਾਣੀ ਪ੍ਰੋਟੈਸਟ ਕਰਨਾ ਆਪਣੀ ਆਜ਼ਾਦੀ ਆ ਤੇ ਪ੍ਰੋਟੈਸਟ ਦੇ ਵਿੱਚ ਵੋਲੰਟੀਅਰਿੰਗ ਮਤਲਬ ਵੋਲੰਟੀਅਰ ਹੋ ਕੇ ਸਪੋਰਟ ਕਰਨਾ ਇਹ ਹਰ ਇੱਕ ਭੈਣ ਭਰਾ ਦਾ ਚਲੋ ਫਰਜ਼ ਵੀ ਬਣਦਾ। ਪਰ ਜੇ ਕਿਸੇ ਦਾ ਦਿਲ ਨਹੀਂ ਵੀ ਮੰਨਦਾ ਤੇ ਕੋਈ ਜ਼ਬਰਦਸਤੀ ਨਹੀਂ ਆ ਹਨਾ। ਪਰ ਦੂਸਰੇ ਪਾਸੇ ਇਹ ਆ ਵੀ ਜਿੰਨੇ ਚਿਰ ਯੂਨਿਟੀ ਨਹੀਂ ਹੁੰਦੀ ਇੱਕ ਸੈਕਟਰ ਦੇ ਵਿੱਚ ਡਿਮਾਂਡ ਕਰ ਰਹੇ ਕੁਝ ਵਰਕਰਸ ਦੇ ਵੱਲੋਂ ਲੋਕਾਂ ਦੇ ਵੱਲੋਂ ਵੀ ਆਹ ਸਾਡੀਆਂ ਡਿਮਾਂਡਸ ਹੈਗੀਆਂ ਵੀ ਜੇ ਅੱਧ ਪਚੱਧ ਜਾਣੀ ਕਿ ਵੀ ਨਹੀਂ ਉਹਦੇ ਵਿੱਚ ਐਗਰੀ ਤੇ ਫਿਰ ਉਸ ਤਰੀਕੇ ਦੇ ਨਾਲ ਇੰਡਸਟਰੀ ਦੇ ਵਿੱਚ ਲੱਗਦਾ ਵੀ ਇਹ ਸ਼ਾਇਦ ਓਨੀ ਵੱਡੀ ਕੋਈ ਇਹਨਾਂ ਦੀ ਮੰਗ ਨਹੀਂ ਹੈਗੀ ਹਨਾ। ਸੋ ਸੀਰੀਅਸਨੈਸ ਤਦ ਬਣਦੀ ਆ ਜਦ ਜਿਹੜਾ ਪ੍ਰੋਟੈਸਟ ਇੱਕ ਇੰਡਸਟਰੀ ਦੇ ਵਿੱਚ ਜਾਣੀ ਯੂਨਿਟੀ ਦੇ ਨਾਲ ਹੋਵੇ। ਸੋ ਉਸ ਯੂਨਿਟੀ ਦੀ ਜਿਹੜੀ ਘਾਟ ਰੜਕਦੀ ਸੀ ਜਿਹਦੇ ਕਰਕੇ ਵੀ ਲੱਗਿਆ ਅੱਜ ਇਹਦੇ ਤੇ ਕੰਮ ਕੀਤਾ ਗਿਆ ਥੋੜਾ ਅਗਰੈਸਿਵਲੀ ਤੇ ਹੋਪਫੁਲੀ ਆਉਣ ਵਾਲੇ ਦਿਨਾਂ ਦੇ ਵਿੱਚ ਇਹਦਾ ਕੋਈ ਹੱਲ ਜਿਹੜਾ ਜੀ ਵੀ ਉਹ ਨਿਕਲੇ। ਪਰ ਇਹ ਡੰਪ ਟਰੱਕ ਜਿਹੜੇ ਜੀ ਪਾਰਕ ਕੀਤੇ ਹੋਏ ਆ ontario ਖਾਲਸਾ ਦਰਬਾਰ ਉਹ ਸਟ੍ਰਾਈਕ ਜਿਹੜੀ ਆ 18 ਮਾਰਚ ਤੋਂ ਚੱਲ ਰਹੀ ਹੈ ਜੀ। 905 813 1320 905 813 1320 ਤੁਹਾਡਾ ਕੋਈ ਸਵਾਲ ਜਵਾਬ ਹੋਏ ਤੁਸੀਂ ਜੌਲ ਸਾਹਿਬ ਦੇ ਨਾਲ ਕਰ ਸਕਦੇ ਹੋ। ਫੇਸਬੁੱਕ ਨੇ ਬਹੁਤ ਵੱਡੀ ਅਨਾਉਂਸਮੈਂਟ ਕੀਤੀ ਹੈ ਜੀ ਜੌਲ ਸਾਹਿਬ ਅੱਜ ਜੋ ਕਿ ਐਕਚੁਅਲੀ ਨਾ ਫੇਸਬੁੱਕ ਮੈਟਾ ਨਵਾਂ ਸਲੈਂਗ ਵਰਡ ਹੁਣ ਮੈਟਾ ਹਾਇਰ ਕਰ ਰਹੇ ਨੇ ਜੀ ਅਪ ਟੂ 2500 ਨਿਊ ਵਰਕਰਸ। ਯੈਸ, ਇਹ ਦੇਖਿਆ ਜਾਵੇ ਤਾਂ ਵੈਸੇ ਸਾਲ ਦੇ 500 ਬਣਦੇ ਉਹ ਕਹਿੰਦੇ ਜੀ ਅਗਲੇ 5 ਸਾਲਾਂ ਦੇ ਵਿੱਚ ਅਸੀਂ ਜਾਣੀ ਕਰਾਂਗੇ ਵੀ ਇਹ ਇੱਕਦਮ 2500 ਦੀ ਲੋੜ ਪੈ ਜਾਣੀ ਆ ਜਾਂ ਹੌਲੀ ਹੌਲੀ ਜਾਣੀ ਕਿ ਪਈ। ਪਰ ਕੁੱਲ ਮਿਲਾ ਕੇ ਜਿਹੜਾ ਮੀਟਾ ਦਾ ਜਾਂ ਕਹਿ ਲਓ ਵੀ ਫੇਸਬੁੱਕ ਦਾ ਇਹ ਟੋਰੋਂਟੋ 'ਚ ਹੈਗਾ ਆਫਿਸ
ਐਕਸਪੈਂਡ ਕੀਤਾ ਜਾਣਾ, ਯਾਨੀ ਕਿ ਅਰਬਨ ਏਰੀਆਜ਼ ਦੇ ਨਾਲ ਰੂਰਲ ਏਰੀਆਜ਼ ਦੇ ਵਿੱਚ ਵੀ ਹੋਰ, ਜਿਹਦੇ ਕਰਕੇ ਵੀ ਨੈਚੁਰਲੀ ਉਹਨਾਂ ਨੂੰ ਹੋਰ ਵਰਕਫੋਰਸ ਦੀ ਲੋੜ ਹੋਣੀ ਆ। ਸੋ ਵਟਸਐਪ ਜਾਂ ਮੈਸੇਂਜਰ ਜਾਂ ਅਦਰਵਾਈਜ਼ ਉਹਦੇ ਵਿੱਚ ਟੈਕਨੀਕਲ ਟੀਮ ਜਿਹੜੀ ਆ ਜੀ ਪੀ ਇੱਥੇ ਮੈਨੇਜ ਕਰਨ ਵਾਸਤੇ, ਓਪਰੇਟ ਕਰਨ ਵਾਸਤੇ ਉਹਨਾਂ ਨੂੰ ਚਾਹੀਦੀ ਆ ਜੀ। ਤੇ ਇਹ ਜਾਣੀ ਕੈਨੇਡੀਅਨ ਮਾਰਕੀਟ ਵਾਸਤੇ ਉਹਨਾਂ ਨੇ ਇੱਥੇ ਮੀਟਾ ਦਾ ਜੋ ਟੋਰੰਟੋ ਦੇ ਵਿੱਚ ਆਫਿਸ ਆ ਉਹਨਾਂ ਨੇ ਕੋਆਰਡੀਨੇਟ ਕਰਨਾ। ਇਸ ਸਿਲਸਿਲੇ ਦੇ ਵਿੱਚ ਓਨਟਾਰੀਓ ਦੇ ਪ੍ਰੀਮੀਅਰ ਤੇ ਫਾਈਨੈਂਸ ਮਿਨਿਸਟਰ ਵਿਕ ਫਡੇਲੀ ਆ, ਤੇ ਜਿਹੜੇ ਪ੍ਰੀਮੀਅਰ ਆ ਡਗ ਫੋਰਡ ਆ ਵੀ ਉਹ ਅੱਜ ਫਿਰ ਮੀਟਾ ਦੇ ਇਹ ਫੇਸਬੁੱਕ ਕਹਿ ਲਓ ਵੀ ਆਫਿਸ ਦੇ ਵਿੱਚ ਪਹੁੰਚੇ ਹੋਏ ਸੀਗੇ। ਉਹਨਾਂ ਦੇ ਐਗਜ਼ੈਕਟਿਵਸ ਦੇ ਨਾਲ ਉਹਨਾਂ ਦੀ ਮਿਲਣੀ ਵੀ ਹੋਈ ਤੇ ਅਨਾਊਂਸ ਵੀ ਕੀਤਾ ਗਿਆ। ਸੋ ਇਸ ਤਰੀਕੇ ਦੇ ਨਾਲ ਜਿਹੜੀ ਫੇਸਬੁੱਕ ਆਪਾਂ ਸਮਝ ਸਕਦੇ ਹਾਂ ਜੀ ਇੱਥੇ ਟੋਰੰਟੋ ਦੇ ਵਿੱਚ ਕੈਨੇਡਾ ਦੇ ਵਿੱਚ ਐਕਸਪੈਂਡ ਕਰ ਰਹੇ ਨੇ, ਜੋ ਫਿਰ ਐਕਸਪੈਂਸ਼ਨ ਸਦਾ ਜਿਹੜੀ ਹੈ ਜੀ ਵੀ ਉਹ ਜੋਬ ਕ੍ਰੀਏਸ਼ਨ ਦੇ ਨਾਲ ਜੁੜੀ ਹੁੰਦੀ ਹੈ, ਇਨਵੈਸਟਮੈਂਟ ਦੇ ਨਾਲ ਜੁੜੀ ਹੁੰਦੀ ਹੈ। ਸੋ ਉਸ ਤਹਿਤ ਜਿਹੜਾ ਜੀ 2500 ਦੇ ਕਰੀਬ ਜਿਹੜੀਆਂ ਨਵੀਆਂ ਨੌਕਰੀਆਂ ਨੇ, ਜੋਬਸ ਨੇ, ਉਹ ਮੀਟਾ ਵੱਲੋਂ ਜਾਂ ਕਲੋ ਫੇਸਬੁੱਕ ਵੱਲੋਂ ਕ੍ਰੀਏਟ ਕੀਤੀਆਂ ਜਾਣਗੀਆਂ ਕੈਨੇਡਾ 'ਚ ਆਉਣ ਵਾਲੇ 5 ਸਾਲਾਂ ਦੇ ਦੌਰਾਨ। ਜੌਲ ਸਾਹਿਬ, ਇੰਡੀਅਨ ਕੌਂਸਲ ਜਨਰਲ ਥੋੜੀ ਬਹੁਤ ਗੱਲਬਾਤ ਕਰ ਲਈ ਆਪਾਂ, ਇੱਕ ਹੋਰ ਕੈਂਪ ਲੱਗ ਰਿਹਾ ਜੀ, ਉਹਦੇ ਬਾਰੇ ਤੁਸੀਂ ਥੋੜੀ ਵੇਰਵਾ ਦੇਣਾ ਚਾਹੋ? ਜਿਹਨਾਂ ਨੇ ਵੀ ਲਾਸਟ ਕੈਂਪ ਆਈ ਥਿੰਕ ਹਿੰਦੂ ਹੈਰੀਟੇਜ ਸੈਂਟਰ ਸੀ ਮੰਦਿਰ ਦੇ ਵਿੱਚ, ਤੇ ਹੁਣ ਇੱਕ ਹੋਰ ਕੈਂਪ ਲਾ ਰਹੇ ਨੇ ਜੀ। ਬਿਲਕੁਲ ਅਰਸ਼, ਜਦੋਂ ਇਹ ਕੈਂਪ ਲੱਗਦੇ ਆ ਕਾਫੀ ਉਹਦੇ ਵਿੱਚ ਵਿਜ਼ਿਟ ਕੀਤਾ ਜਾਂਦਾ, ਲੋਕਾਂ ਵੱਲੋਂ ਰਸ਼ ਹੁੰਦਾ, ਤੇ ਫਿਰ ਕਈ ਵਾਰੀ ਜਾਣੀ ਕਿ ਕਾਫੀ ਸਾਰੀਆਂ ਇਨਕੁਆਇਰੀਜ਼ ਡਿਮਾਂਡਸ ਹੁੰਦੀਆਂ, ਔਨਗੋਇੰਗ ਲਿੰਗਰਿੰਗ ਕਾਫੀ ਲੰਬੇ ਸਮੇਂ ਤੋਂ ਕੋਈ ਇਸ ਤਰ੍ਹਾਂ ਦੇ ਮਸਲੇ ਇਸ਼ੂਜ਼ ਹੁੰਦੇ ਆ ਜਿਹੜੇ ਕਿ ਪਾਸਪੋਰਟ ਨਾਲ, OCI ਨਾਲ, ਲਾਈਫ ਸਰਟੀਫਿਕੇਟ ਨਾਲ, ਸਰੈਂਡਰ ਸਰਟੀਫਿਕੇਟ ਦੇ ਨਾਲ ਤਾਂ ਰਹਿੰਦੇ ਹੀ ਆ, PCC ਦੇ ਨਾਲ ਜਿਹੜਾ ਕਿ ਪੁਲਿਸ ਕਲੀਅਰੈਂਸ ਸਰਟੀਫਿਕੇਟ ਹੈ। ਸੋ ਇਸ ਤਰ੍ਹਾਂ ਦੇ ਜਿਹੜੇ ਇਸ਼ੂਜ਼ ਹੋਣ, ਅਟੈਸਟੇਸ਼ਨਸ ਹੁੰਦੀਆਂ, ਮੁਖਤਿਆਰਨਾਮਾ, ਪਾਵਰ ਆਫ ਅਟਰਨੀ, ਉਹ ਸਭ ਕੁਝ ਵੀ ਉਹਦੇ ਲਈ ਜਾਣੀ ਫਿਰ ਔਨ ਦਾ ਡੋਰ ਸਟੈਪ ਆ ਕੇ ਵੀ ਐਪਲੀਕੇਸ਼ਨ ਉਹ ਲੈ ਸਕਣ ਜਾਂ ਫਿਰ ਉਹ ਟੈਸਟ ਮੌਕੇ ਤੇ ਹੀ ਕਰ ਸਕਣ। ਖਾਸ ਤੌਰ ਤੇ ਲਾਈਫ ਸਰਟੀਫਿਕੇਟ ਹੋਵੇ ਜਾਂ ਫਿਰ ਪਾਵਰ ਆਫ ਅਟਰਨੀ ਜਾਂ ਕੋਈ ਹੋਰ ਡਾਕੂਮੈਂਟ ਅਟੈਸਟ ਕਰਾਉਣਾ ਆ, ਜਾਂ ਫਿਰ ਸਰੈਂਡਰ ਸਰਟੀਫਿਕੇਟ ਦੀ ਐਪਲੀਕੇਸ਼ਨ ਆ। ਇਹ 3 ਸਰਵਿਸਿਜ਼ ਇਹੋ ਜਿਹੀਆਂ ਜਿਨ੍ਹਾਂ ਨੂੰ ਵੀ ਜੇ ਫਰਜ਼ ਕੀਤਾ ਮੌਕੇ ਤੇ ਨਹੀਂ ਕਰਦੇ, ਤੇ ਜੇ ਐਪਲੀਕੇਸ਼ਨ ਕੰਪਲੀਟ ਹੋਵੇ ਤੇ ਜਿਹੜੀ ਐਪਲੀਕੇਸ਼ਨ ਦੇ ਨਾਲ ਰਿਕਵਾਇਰਡ ਡਾਕੂਮੈਂਟੇਸ਼ਨ ਆ ਵੀ ਉਹ ਲੈ ਕੇ ਲੋਕ ਕੈਂਪ ਦੇ ਵਿੱਚ ਪਹੁੰਚ ਜਾਣ, ਤੇ ਫਿਰ ਜਿਹੜਾ ਜੀ ਉੱਥੇ ਐਪਲੀਕੇਸ਼ਨ ਮੌਕੇ ਤੇ ਐਕਸੈਪਟ ਕਰ ਲਈ ਜਾਂਦੀ ਆ। ਫਿਰ ਕਹਿ ਲਓ ਵੀ ਜਾਣ ਦੀ BLS ਲੋੜ ਨਹੀਂ ਰਹਿੰਦੀ, ਅਪੁਆਇੰਟਮੈਂਟ ਬਣਾਉਣ ਦੀ ਲੋੜ ਨਹੀਂ ਰਹਿੰਦੀ। ਸੋ ਕੈਂਪ ਦਾ ਇੰਨਾ ਕੁ ਬੈਨੀਫਿਟ ਹੈਗਾ। ਇਹਦੇ ਨਾਲ ਹੀ ਵੀ ਬਹੁਤ ਸਾਰੇ ਹੁਣ ਜਿੱਦਾਂ OCI ਦੀ ਬਹੁਤ ਸਾਰੇ ਵੱਡੀ ਤਾਦਾਦ ਦੇ ਵਿੱਚ ਲੋਕ ਅਪਲਾਈ ਕਰ ਰਹੇ ਆ। ਫਿਰ ਜਿੱਦਾਂ ਪਿਛਲੇ ਦਿਨੀ ਆਪਾਂ ਇਹ ਡਿਵੋਰਸ ਦੇ ਸਿਲਸਿਲੇ ਦੇ ਵਿੱਚ ਆਇਆ ਹੋਇਆ ਇਸ਼ੂ ਜਿਹੜਾ ਡਿਸਕਸ ਕੀਤਾ ਸੀਗਾ, ਬਹੁਤ ਸਾਰੇ ਲੋਕ ਜਿਹੜੇ ਰੈਫਿਊਜੀ ਪੱਕੇ ਹੋਏ, ਉਹਨਾਂ ਦੇ ਮਨਾਂ ਦੇ ਵਿੱਚ ਵੀ ਸਵਾਲ ਆ ਵੀ ਸਾਡਾ ਕੋਈ ਪ੍ਰੋਸੈਸ ਕੋਈ ਸਪੈਸ਼ਲ ਆ ਜਾਂ ਅਸੀਂ ਕਿਵੇਂ ਅਪਲਾਈ ਕਰੀਏ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਕੁਐਰੀਜ਼ ਹੈਗੀਆਂ ਉਹ ਵੀ ਆਪਣੀ ਪ੍ਰੋਪਰ ਪ੍ਰੈਪਰੇਸ਼ਨ ਦੇ ਨਾਲ, ਜੋ ਵੀ ਲੋਕ ਉੱਥੇ ਟਾਈਮ ਵੇਸਟ ਨਹੀਂ ਆਪਣਾ ਤੇ ਉਹਨਾਂ ਦਾ ਕਰਨਾ, ਵੀ ਲਾਈਨ ਦੇ ਵਿੱਚ ਵੱਡੀ ਤਾਦਾਦ ਦੇ ਵਿੱਚ ਲੋਕ ਲੱਗੇ ਹੁੰਦੇ ਨੇ, ਤੇ ਜੇ ਅੱਧੇ ਪਿੱਛੇ ਤਿਆਰ ਹੋ ਕੇ ਗਏ ਵੀ ਐਵੇਂ ਕੋਈ ਕੱਚ ਘਰਟ ਸਵਾਲ ਹੀ ਕੀਤਾ ਤੇ ਟਾਈਮ ਤੁਹਾਡਾ ਵੀ ਖਰਾਬ ਹੋਇਆ। ਤੁਹਾਡਾ ਜਦੋਂ ਜੇ ਆਪਾਂ ਵਿਹਲੇ ਹੋਏ ਤੇ ਫਿਰ ਕੋਈ ਏਡੀ ਗੱਲ ਨਹੀਂ ਆ, ਪਰ ਉਹ ਲੋਕ ਵਿਹਲੇ ਨਹੀਂ ਹੈਗੇ ਜਿਹੜੇ ਉੱਥੋਂ ਕੌਂਸੂਲੇਟ ਤੋਂ ਵੀ ਸਮਾਂ ਕੱਢ ਕੇ ਆਉਣਾ, ਜਾਂ ਖਾਸ ਤੌਰ ਤੇ ਜਿਹੜੇ ਲੋਕ ਹੋ ਸਕਦਾ ਜੀ ਵੀ ਵੀਕਐਂਡ ਤੇ ਆਪਣਾ ਸਮਾਂ ਛੱਡ ਕੇ ਉੱਥੇ ਆਪਣਾ ਕੰਮ ਕਰਾਉਣ ਗਏ ਹੋਣ, ਤੇ ਉਹਦੇ ਵਿੱਚ ਐਵੇਂ ਜੇ ਬੇਲੋੜੇ ਜਾ ਕੇ ਲੋਕ ਇਕੱਠੇ ਹੋਏ ਹੋਣ ਤੇ ਫਿਰ ਉਹਦੇ ਨਾਲ GPO ਜਿਹੜੀ ਕੀਮਤੀ ਸਮਾਂ ਕਾਫੀ ਖਰਾਬ ਹੁੰਦਾ। ਸੋ ਇਸ ਕਰਕੇ ਵੀ ਜੇ ਵਾਕਈ ਕਿਸੇ ਦਾ ਜੈਨੂਅਨ ਕੁਐਰੀ ਹੋਵੇ, ਲਿੰਗਰਿੰਗ ਕੋਈ ਇਸ਼ੂ ਹੋਵੇ, ਮੌਕੇ ਤੇ ਹੋ ਸਕਦਾ ਬਹੁਤ ਸਾਰੀਆਂ ਜਿਹੜੀਆਂ ਉਹ ਇਸ਼ੂਜ਼ ਹੋਣ, ਉਹ ਮਤਲਬ ਜੇ ਐਪਲੀਕੇਸ਼ਨ ਦਾ ਸਪੈਸ਼ਲੀ ਅਧੂਰੀਆਂ ਹੈਗੀਆਂ ਤੇ ਫੇਰ ਨਹੀਂ ਉਹ ਐਕਸੈਪਟ ਕਰਦੇ, ਪਰ ਲੇਕਿਨ ਕਿ ਵੀ ਜੇ ਕੋਈ ਜੈਨੂਅਨ ਗੱਲ ਉਹਨਾਂ ਨੂੰ ਨਜ਼ਰ ਆਉਂਦੀ ਹੋਵੇ, ਜਿੱਦਾਂ ਕਿ ਫਰਜ਼ ਕੀਤਾ ਵੀ ਡਿਵੋਰਸ ਦੇ ਸਿਲਸਿਲੇ ਦੇ ਵਿੱਚ ਕੋਈ OCI ਨਹੀਂ ਅਪਲਾਈ ਕਰ ਪਾ ਰਹੇ, ਖਾਸ ਤੌਰ ਤੇ ਜਿਹੜਾ 1 ਸਾਈਡਡ ਡਾਈਵੋਰਸ ਹੈਗਾ ਜਾਂ ਐਕਸ ਪਾਰਟੀ ਡਾਈਵੋਰਸ ਜਿਹਨੂੰ ਕਹਿੰਦੇ ਨੇ। ਸੋ ਉਹਦੇ ਵਿੱਚ ਐਜ਼ ਲੌਂਗ ਐਜ਼ ਜੇ ਫਿਰ ਕੋਈ ਉਹਨਾਂ ਨੂੰ ਇਸ ਤਰ੍ਹਾਂ ਦੀ ਐਕਸਪਲੇਨੇਸ਼ਨ ਦਿੱਤੀ ਜਾ ਸਕੇ ਵੀ ਫਰਜ਼ ਕੀਤਾ ਵਿਆਹ ਹੀ ਜੀ ਕੈਨੇਡਾ ਦੇ ਵਿੱਚ ਹੋਇਆ ਸੀਗਾ, ਦੋਨੋਂ ਜਿਹੜੀਆਂ ਧਿਰਾਂ ਉਹ ਕੈਨੇਡਾ 'ਚ ਹੀ ਹਨ, ਸੋ ਇੰਡੀਅਨ ਕੋਰਟਸ ਦੀ ਉਹਦੇ ਵਿੱਚ ਕੋਈ ਜੁਰਿਸਡਿਕਸ਼ਨ ਜਿਹੜੀ ਲਾਅ ਦੀ ਨਹੀਂ ਬਣਦੀ, ਇੱਦਾਂ ਦੀ ਗੱਲ ਜਿਹੜੀ ਆ ਵੀ ਮੌਕੇ ਤੇ ਜੇ ਉਹਨਾਂ ਨੂੰ ਸਮਝਾਈ ਜਾ ਸਕੇ ਤੇ ਐਪਲੀਕੇਸ਼ਨ ਕਹਿ ਲਓ ਵੀ ਸਬਮਿਟ ਕਰਾਉਣ ਦਾ ਕੋਈ ਰਾਹ ਖੁੱਲ੍ਹ ਸਕਦਾ। ਸੋ ਇਸ ਤਰ੍ਹਾਂ ਦੇ ਜਿਹੜੇ ਜੈਨੂਅਨ ਇਸ਼ੂਜ਼ ਹੋਣਗੇ, ਮਤਲਬ ਉਹ ਐਡਰੈਸ ਇਸ ਤਰ੍ਹਾਂ ਦੇ ਕੈਂਪ ਦੇ ਵਿੱਚ ਹੁੰਦੇ ਨੇ, ਜਿਹਦੇ ਕਰਕੇ ਵੀ ਲੋਕਾਂ ਦੀ ਸੀਗੀ ਡਿਮਾਂਡ ਵੀ ਜਿਹੜਾ ਕੈਂਪ ਆ ਵੀ ਉਹ ਕਾਫੀ, ਕਿਉਂਕਿ ਟੋਰਾਂਟੋ ਡਾਊਨਟਾਊਨ ਜਾਣਾ ਔਖਾ ਹੈ, ਅਪੁਆਇੰਟਮੈਂਟ ਵੀ ਨਹੀਂ ਮਿਲਦੀ, ਲਾਈਨਾਂ ਲੱਗਦੀਆਂ, ਸਭ ਕੁਝ, ਵੀ ਇੱਥੇ ਜੇ ਲੋਕਲੀ ਆ ਕੇ ਜਾਣੀ ਕਿ ਉਹ ਸਰਵਿਸ ਦੇ ਸਕਣ। ਤੇ ਹੁਣ ਆਪਾਂ ਦੇਖ ਲਿਆ ਵੀ ਪਿਛਲੇ 2 ਮਹੀਨਿਆਂ ਦੇ ਦੌਰਾਨ 2 ਕੈਂਪ ਲੱਗੇ ਤੇ ਅਪ੍ਰੈਲ ਦੇ ਵਿੱਚ ਇਹ ਤੀਜਾ ਹੋ ਜਾਏਗਾ। ਇਹ ਹੁਣ ਧਾਰਮਿਕ ਸਥਾਨ ਦੇ ਵਿੱਚੋਂ ਬਾਹਰ ਕੱਢ ਕੇ ਕੈਂਪ ਲਾਇਆ ਜਾ ਰਿਹਾ ਜੀ। ਪਹਿਲਾਂ ਗੁਰਦੁਆਰਾ ਤੇ ਮੰਦਿਰਾਂ ਦੇ ਵਿੱਚ ਆਮ ਤੌਰ ਤੇ ਲੱਗਦਾ ਰਿਹਾ, ਹੁਣ ਇਹ ਜਿਹੜਾ ਕੈਂਪ ਆ ਜੀ ਤੇ ਬਰੈਂਪਟਨ ਦੇ ਵਿੱਚ 23 ਅਪ੍ਰੈਲ ਨੂੰ ਲੱਗਣਾ। ਦੇਖੋ 23 ਅਪ੍ਰੈਲ ਦੇ ਵਿੱਚ ਲਗਭਗ ਅਜੇ ਮਹੀਨਾ ਪਿਆ, 3 ਹਫ਼ਤੇ ਪਏ ਆ। ਉਹ 23 ਅਪ੍ਰੈਲ ਵਾਲਾ ਜਿਹੜਾ ਕੈਂਪ ਆ ਜੀ ਵੀ ਉਹ ਟੈਰੀ ਮਿਲਰ ਰੀਕ੍ਰੀਏਸ਼ਨਲ ਸੈਂਟਰ ਤੇ ਲੱਗਣਾ ਜੀ। ਹਾਂਜੀ,
ਸੋ ਇਹ ਬਕਾਇਦਾ ਤੌਰ ਤੇ ਵਿਲੀਅਮਸ ਪਾਰਕਵੇ 1295 ਵਿਲੀਅਮਸ ਪਾਰਕਵੇ ਐਡਰੈਸ ਹੈਗਾ ਬਰੈਂਪਟਨ ਦੇ ਵਿੱਚ। ਟੈਰੀ ਮਿਲਰ ਰੀਕ੍ਰੀਏਸ਼ਨਲ ਸੈਂਟਰ ਸਾਰਿਆਂ ਨੂੰ ਪਤਾ ਵੀ ਕਿੱਥੇ ਆ ਜੀ, ਬਰੈਂਪਟਨ ਵੈਸਟ ਏਰੀਆ ਦੇ ਵਿੱਚ ਲਗਭਗ ਪੈ ਜਾਂਦਾ। ਸੋ ਉੱਥੇ ਜਾ ਕੇ ਜਿਹੜਾ ਜੀ ਵੀ ਆਪਣਾ ਇਹ ਉਸ ਦਿਨ ਜਿਹੜਾ ਕੈਂਪ ਦੇ ਵਿੱਚ ਇਹਦਾ ਫਾਇਦਾ ਲਿਆ ਜਾ ਸਕਦਾ। ਇਹਦੇ ਨਾਲ ਹੀ ਫਿਰ ਉਹ ਵਾਕ ਇਨ ਜਾਂ ਕਹਿ ਲਓ ਵੀ ਜਿਹੜਾ ਇਹ ਇੱਕ ਹੋਰ ਸਰਵਿਸ ਹੁੰਦੀ ਸੀ ਓਪਨ ਹਾਊਸ ਦੀ, ਅਰਸ਼ ਉੱਥੇ ਨਾ ਹਫ਼ਤੇ ਦੇ ਵਿੱਚ ਇੱਕ ਦਿਨ ਮਿਥ ਲੈਂਦੇ ਸੀਗੇ ਕੌਂਸਲੇਟ ਜਨਰਲ ਦੇ ਵਿੱਚ ਜੀ। ਉਦਣ ਫਿਰ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਸੀ ਜਿਹੜੀਆਂ ਵੀ ਇੱਦਾਂ ਹੀ ਜਿਹੜੀਆਂ ਆਪਾਂ ਪਹਿਲਾਂ ਹੁਣ ਡਿਸਕਸ ਕੀਤੀਆਂ ਵੀ ਪਾਸਪੋਰਟ ਨਾਲ ਸੰਬੰਧਿਤ ਜੀ, ਵੀਜ਼ਾ ਨਾਲ ਸੰਬੰਧਿਤ ਜੀ, OCI ਨਾਲ ਸੰਬੰਧਿਤ ਜੀ, ਕੋਈ ਪਰਸਨਲ ਇੱਦਾਂ ਦੀ ਅੜਚਣ ਚੱਲ ਰਹੀ ਹੈ ਜਿਹਦੇ ਕਰਕੇ ਉਹਨਾਂ ਨੂੰ ਕੋਈ ਰੁਕਾਵਟ ਹੋਵੇ, ਇੱਦਾਂ ਦਾ ਜਿਹੜਾ ਕੋਈ ਮਤਲਬ ਟੈਕਨੀਕਲ ਇਸ਼ੂ ਆ ਉਹ ਫਿਰ ਉਹ ਉਸ ਕਹਿ ਲਓ ਵੀ ਸਪੈਸ਼ਲ ਓਪਨ ਹਾਊਸ ਦੇ ਵਿੱਚ ਐਡਰੈਸ ਕਰ ਲਿਆ ਜਾਂਦਾ। ਸੋ ਇਹਦੇ ਵਾਸਤੇ ਫਿਰ ਹੁਣ ਦੁਬਾਰਾ ਉਹ ਰਿਜ਼ਿਊਮ ਕੋਵਿਡ ਤੋਂ ਬਾਅਦ ਸਭ ਕੁਝ ਦੁਬਾਰਾ ਖੁੱਲ ਰਿਹਾ ਤੇ ਰਿਜ਼ਿਊਮ ਕੀਤਾ ਜਾ ਰਿਹਾ, ਓਪਨ ਹਾਊਸ ਕਹਿ ਲਓ ਵੀ ਉਹ ਦੁਬਾਰਾ ਸ਼ੁਰੂ ਕੀਤਾ ਜਾ ਰਿਹਾ ਜੀ। ਉਹ ਫਿਰ ਹੁਣ ਪਹਿਲਾਂ ਵਾਂਗੂ ਹਰੇਕ ਸ਼ੁੱਕਰਵਾਰ ਨਹੀਂ ਹੋਇਆ ਕਰੂਗਾ, ਹਰੇਕ ਬੁੱਧਵਾਰ ਹੋਇਆ ਕਰੂਗਾ। ਤੇ ਪਹਿਲਾ ਜਿਹੜਾ ਓਪਨ ਹਾਊਸ ਆ ਉਹ ਕੱਲ ਨੂੰ ਹੀ ਆ, ਵੈਸੇ 30 ਮਾਰਚ ਨੂੰ ਹੀ ਹੈ ਨਾ, 30 ਮਾਰਚ ਨੂੰ ਪਹਿਲਾ ਜਿਹੜਾ ਓਪਨ ਹਾਊਸ ਕੱਲ ਨੂੰ ਬਾਅਦ ਦੁਪਹਿਰ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਆ। ਪਰ ਉੱਥੇ ਅੰਦਰ ਉਹਨਾਂ ਨੇ ਉਹਨੂੰ ਹੀ ਜਾਣ ਦੇਣਾ ਜਿਹਦੀ ਅਪੁਆਇੰਟਮੈਂਟ ਹੋਏਗੀ। ਹਾਂਜੀ, ਅਪੁਆਇੰਟਮੈਂਟ ਵਾਸਤੇ ਉਹਨਾਂ ਨੇ ਆਨਲਾਈਨ ਕੌਂਸਲੇਟ ਜਨਰਲ ਦੇ ਵੈਬਸਾਈਟ ਤੇ ਲਿੰਕ ਵੀ ਬਣਾ ਦਿੱਤਾ। ਉਸ ਲਿੰਕ ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰਨਾ ਤੇ ਰਜਿਸਟਰ ਹੋਣ ਤੋਂ ਬਾਅਦ ਚਲੇ ਨਹੀਂ ਜਾਣਾ ਉੱਥੇ। ਰਜਿਸਟਰ ਹੋਣ ਤੋਂ ਬਾਅਦ ਉਹ ਜਿੰਨਾ ਚਿਰ ਇਨਫੋਰਮੇਸ਼ਨ ਨਹੀਂ ਭੇਜਦੇ ਈਮੇਲ ਰਾਹੀਂ ਕਿ ਹਾਂਜੀ ਤੁਹਾਡੀ ਇੰਨੇ ਵਜੇ ਅਪੁਆਇੰਟਮੈਂਟ ਹੈਗੀ ਆ ਜੀ ਇਹ ਕੌਂਸਲਰ ਕੈਂਪ ਦੇ ਵਿੱਚ, ਜੇ ਨਹੀਂ ਤਾਂ ਇਹ ਜਿਹੜਾ ਓਪਨ ਹਾਊਸ ਦੇ ਵਿੱਚ ਤੁਹਾਡਾ ਜਿਹੜਾ ਇਸ਼ੂ ਤੁਸੀਂ ਦੱਸਿਆ ਇਹ ਐਡਰੈਸ ਕੀਤਾ ਜਾ ਸਕਦਾ, ਤੁਸੀਂ ਆ ਸਕਦੇ ਹੋ, ਆਪਣੀ ਆ ਕੇ ਗੱਲ ਕਰ ਲਓ। ਸੋ ਇਸ ਤਰ੍ਹਾਂ ਦੀ ਜਦੋਂ ਈਮੇਲ ਆ ਜਾਏਗੀ ਤੇ ਫਿਰ ਉੱਥੇ ਜਾਣਾ ਆਪਣਾ ਸਿਲਸਿਲਾ ਲੈ ਕੇ। ਤੇ ਉੱਦਾਂ ਹੀ ਬਹੁਤ ਵਾਰ ਲੋਕ ਭੈਣ ਭਰਾ ਕਈ ਵਾਰੀ ਇੱਥੋਂ ਚਲੇ ਜਾਂਦੇ ਚੁੱਪ ਕਰਕੇ, ਹਨਾ, ਉੱਥੇ ਪਹੁੰਚ ਕੇ ਜਦੋਂ ਲਾਈਨ ਦੇ ਵਿੱਚੋਂ ਅੰਦਰ ਨਹੀਂ ਜਾਣ ਦਿੰਦੇ ਤੇ ਫਿਰ ਸਾਨੂੰ ਫੋਨ ਕਰਦੇ ਜੀ ਹਾਂਜੀ ਹੁਣ ਅਸੀਂ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ। ਇਸ ਕਰਕੇ ਉਹਨਾਂ ਦੀਆਂ ਕਈ ਵਾਰੀ ਸਮੱਸਿਆਵਾਂ ਪਹਿਲਾਂ ਤੇ ਇਹ ਹੁੰਦੀਆਂ ਸੀਗੀਆਂ ਵੀ ਬਿਲਡਿੰਗ ਕੋਡ ਸੀਗਾ ਤੇ ਉਹ ਬਿਲਡਿੰਗ ਵਾਲੀ ਹੀ ਨਹੀਂ ਸੀ, ਮਤਲਬ ਉਹ ਵਾਕ ਇਨ ਸਰਵਿਸ ਜਿਹੜੀ ਉਹ ਅਲਾਊਡ ਹੀ ਨਹੀਂ ਸੀਗੀ ਉਸ ਪੂਰੀ ਬਿਲਡਿੰਗ ਦੇ ਵਿੱਚ ਉਹ ਕੋਵਿਡ ਕਰਕੇ। ਸੋ ਉਸ ਵੇਲੇ ਵੀ ਕਾਫੀ ਲੋਕਾਂ ਨੂੰ ਪਰੇਸ਼ਾਨ ਹੋਣਾ ਪਿਆ ਜੀ। ਸੋ ਇਸ ਕਰਕੇ ਕੁੱਲ ਮਿਲਾ ਕੇ ਇਹ ਹੈ ਜੀ ਵੀ ਜਿਹੜਾ ਇਹ ਓਪਨ ਹਾਊਸ ਵੀ ਕੱਲ ਤੋਂ 30 ਮਾਰਚ ਤੋਂ ਫਿਰ ਹਰ ਬੁੱਧਵਾਰ ਲੱਗਿਆ ਕਰੇਗਾ 3 ਵਜੇ ਤੋਂ ਲੈ ਕੇ 4:30 ਵਜੇ ਤੱਕ ਜੀ। ਉਹਦੇ ਲਈ ਰਜਿਸਟ੍ਰੇਸ਼ਨ ਜਾਂ ਅਪੁਆਇੰਟਮੈਂਟ ਜ਼ਰੂਰੀ ਹੈ। ਤੇ ਜਿਹੜਾ ਕਾਉਂਸਲਰ ਕੈਂਪ ਇਹ ਬਰੈਂਪਟਨ ਦੇ ਵਿੱਚ ਲੱਗਣਾ, ਇਹ ਲੱਗਣਾ ਜੀ 23 ਅਪ੍ਰੈਲ ਨੂੰ। ਜੋਸਫ, ਇੱਕ ਲਾਸਟ ਵਾਈਂਡ ਅਪ ਕਰਦੇ ਹਾਂ ਜੀ। ਇੱਕ ਸਵਾਲ ਆਇਆ ਸਾਡਾ ਐਂਡ ਆਈ ਥਿੰਕ ਇਹ ਵੀ ਇੱਕ ਜੈਨੂਇਨ ਸਵਾਲ ਹੈ। ਜਿਨ੍ਹਾਂ ਨੇ ਵੀ ਵੀਜ਼ੇ ਲਵਾਏ ਸੀ ਦਸੰਬਰ ਤੋਂ ਪਹਿਲਾਂ, ਜਦੋਂ ਇਹ ਲਾਕਡਾਊਨ ਜਿਹੜਾ ਦੂਸਰਾ ਵਾਰ ਲੱਗਾ ਸੀ, ਜਦੋਂ ਭਾਰਤ ਨੇ ਆਪਣੇ ਵੀਜ਼ੇ ਖੋਲ੍ਹ ਲਏ ਸੀ, ਚਾਹੇ ਉਹ ਵਰਕ ਵੀਜ਼ਾ ਹੋਵੇ ਚਾਹੇ ਉਹ ਵਿਜ਼ਿਟਰ ਹੋਵੇ, ਹੁਣ ਉਹਨਾਂ ਨੇ ਨਵਾਂ ਸਿਸਟਮ ਕਰਤਾ ਰਾਈਟ, ਲਾਈਕ ਇਲੈਕਟ੍ਰੀਕਲ। ਤੇ ਕੀ ਉਹਨਾਂ ਨੂੰ ਦੁਬਾਰਾ ਲਾਉਣੀ ਚਾਹੀਦੀ ਹੈ ਫਾਈਲ, ਕਿ ਉਹੀ ਫਾਈਲ ਦੀ ਵੇਟ ਕਰਨੀ ਚਾਹੀਦੀ ਉਹਨਾਂ ਨੂੰ ਕਿ ਉਹ ਹੁਣ ਰਸਤੇ ਦੇ ਵਿੱਚ? ਨਹੀਂ, ਦੇਖੋ ਜੇ ਤਾਂ ਮੈਨੂੰ ਇਹ ਹੁਣ ਜੇ ਤਾਂ ਈ ਵੀਜ਼ਾ ਦੇ ਸਿਲਸਿਲੇ 'ਚ ਉਹ ਪੁੱਛ ਰਹੇ ਆ ਵੀ ਇੰਡੀਆ ਤੋਂ ਜਿਹਨਾਂ ਨੇ ਵੀਜ਼ੇ ਲਵਾਏ ਸੀ ਇੱਥੇ ਆਉਣ ਨੂੰ, ਹਨਾ, ਤੇ ਉਹਨਾਂ ਨੇ ਕੀਤਾ ਸੀ ਕਿ ਉਹਨਾਂ ਨੇ ਇਨ ਪਰਸਨ ਇਨ ਹੈਂਡ ਜਦੋਂ ਜਿਹੜੇ ਪੇਪਰ ਵਾਲੇ ਕਾਗਜ਼ ਸੀ, ਹੁਣ ਆਈ ਥਿੰਕ ਉਹਨਾਂ ਨੇ ਇਲੈਕਟ੍ਰੋਨਿਕ ਕਰਤੇ ਨਾ, ਲਾਈਕ ਹੁਣ ਆਟੋਮੈਟਿਕ ਟਾਈਪਸ, ਹੁਣ ਲੋੜ ਨਹੀਂ ਹੈ, ਹੁਣ ਜਮਾ ਆਨਲਾਈਨ ਹੀ ਹੋ ਜਾਂਦੇ ਆ ਛੇਤੀ। ਕੀ ਬੰਦੇ ਨੂੰ ਦੁਬਾਰਾ ਕਰਨਾ ਚਾਹੀਦਾ ਕਿ ਵੇਟ ਕਰ ਲੈਣਾ ਚਾਹੀਦਾ? ਸਵਾਲ ਆਇਆ ਸੀ। ਇਹ ਮਤਲਬ ਮੈਨੂੰ ਲੱਗ ਰਿਹਾ ਵੀ ਕੁਐਸਚਨ ਇਹ ਇੰਡੀਅਨ ਵੀਜ਼ਾ ਬਾਰੇ ਨਹੀਂ, ਕੈਨੇਡੀਅਨ ਵੀਜ਼ੇ ਬਾਰੇ ਗੱਲ ਕਰ। ਹਾਂਜੀ, ਓਕੇ ਠੀਕ ਆ। ਸੋ ਇਸ ਤਰ੍ਹਾਂ ਜੀ ਵੀ ਆਪਸ਼ਨ ਤਾਂ ਪੇਪਰ ਐਪਲੀਕੇਸ਼ਨ ਦੀ ਉਹਨਾਂ ਨੇ ਕੋਈ ਵੀ ਰਿਮੂਵ ਨਹੀਂ ਕੀਤੀ, ਪਰ ਪ੍ਰੈਫਰ ਕੀਤਾ ਜਾ ਰਿਹਾ ਵੀ ਮੈਜੋਰਿਟੀ ਲੋਕ ਜੇ ਉਹਨਾਂ ਨੂੰ ਕੋਈ ਇੰਟਰਨੈਟ ਯੂਜ਼ ਕਰਨ ਦੀ ਜਾਂ ਲੈਂਗੁਏਜ ਦੀ ਜਾਂ ਹੋਰ ਕੋਈ ਟੈਕਨੀਕਲ ਇੱਦਾਂ ਦਾ ਇਸ਼ੂ ਬਹਾਨਾ ਨਹੀਂ ਆ ਜੀ, ਤੇ ਆਮ ਹਾਲਤਾਂ ਦੇ ਵਿੱਚ ਵੱਧ ਤੋਂ ਵੱਧ ਉਹ ਚਾਹੁੰਦੇ ਵੀ ਆਨਲਾਈਨ ਅਪਲਾਈ ਕੀਤਾ ਜਾਏ ਤੇ ਇਲੈਕਟ੍ਰੋਨਿਕਲੀ ਜਿਹੜੀ ਮਤਲਬ ਸਬਮਿਟ ਕੀਤੀ ਹੋਈ ਐਪਲੀਕੇਸ਼ਨ ਆ, ਇੱਕ ਤੇ ਉਹਦੀ ਪ੍ਰੋਸੈਸਿੰਗ ਤੇਜ਼ ਆ, ਹਨਾ, ਬੜੀ ਫਾਸਟ ਉੱਤੇ ਡਿਸੀਜਨ ਜਿਹੜਾ ਉਹ ਬਣਾਇਆ ਜਾ ਸਕਦਾ। ਪੇਪਰ ਜਿਹੜੀ ਐਪਲੀਕੇਸ਼ਨ ਤੁਸੀਂ ਫਾਈਲ ਕਰਦੇ ਹੋ ਉਹਨੂੰ ਫਿਰ ਸਮਾਂ ਲੱਗਦਾ, ਜਿਵੇਂ ਕਿ ਪਹਿਲਾਂ ਸੀਗਾ ਹੀ, ਹਨਾ। ਸੋ ਉਸ ਲਿਹਾਜ਼ ਨਾਲ ਉਹਨੂੰ ਵਿਜ਼ਿਟਰ ਵੀਜ਼ਾ ਜਿਹਨਾਂ ਨੇ ਆਉਣ ਵਾਸਤੇ ਅਪਲਾਈ ਕੀਤਾ ਸੀਗਾ, ਇਹ ਡਿਪੈਂਡ ਕਰਦਾ ਵੀ ਉਹਨਾਂ ਦਾ ਜਿਹੜਾ ਆਉਣ ਦਾ ਰੀਜ਼ਨ ਸੀਗਾ ਵੀ ਉਹ ਰੀਜ਼ਨ ਕੀ ਅਜੇ ਵੀ ਉਹੀ ਆ ਕਿ ਜਾਂ ਇੰਨਾ ਕੁ ਸਮਾਂ ਅਪਲਾਈ ਕੀਤੇ ਨੂੰ ਹੋ ਗਿਆ ਵੀ ਜਿਸ ਕੰਮ ਲਈ ਇੱਥੇ ਉਹਨਾਂ ਨੇ ਆਉਣਾ ਸੀਗਾ ਉਹਦਾ ਤਰੀਕ ਸਮਾਂ ਹੀ ਲੰਘ ਚੁੱਕਾ ਹੈ ਜੀ। ਹਾਂਜੀ। ਸੋ ਇਸ ਤਰ੍ਹਾਂ ਫਿਰ ਕੋਈ ਸੈਂਸ ਨਹੀਂ ਬਣਦੀ ਵੀ ਜੇ ਉਹ ਤਰੀਕ ਸਮਾਂ ਹੀ ਲੰਘ ਚੁੱਕਾ ਤੇ ਫਿਰ ਨਵਾਂ ਹਰ ਹਾਲ 'ਚ ਅਪਲਾਈ ਕਰਨਾ ਪਏਗਾ, ਹਨਾ। ਸੋ ਇਹ ਕੇਸ ਟੂ ਕੇਸ ਆਪਣੀ ਸਿਚੁਏਸ਼ਨ ਦੇ ਵਿੱਚ ਭੈਣ ਭਰਾ ਦੇਖ ਲੈਣਗੇ
इन जनरल जानी कि भी ये जे विजिटर वीज़ा दे आउण दा रीजन बाकी नहीं बचा तो फिर नवें सिरे तो वैसे वो एप्लीकेशन हुण नवें सिरे तो मंग रहे हैं भी जिन्हां नूं इन्ना समा हो गया शायद पिछे सितंबर महीने तो इस तरह की अनाउंसमेंट जी आ गई सी। जो साहब एक लास्ट कॉल ले लेने फिर आप वाइंड अप कर दे गलबात। सत श्री अकाल जी। सत श्री अकाल जी। अर्श जी जौहर साहब ਨੂੰ ਇੱਕ ਗੱਲ ਮੈਂ ਪੁੱਛਣੀ ਸੀ ਵੀ ਮਤਲਬ ਗਵਰਨਮੈਂਟ ਦੀ ਕੀ ਪਾਲਿਸੀ ਆ ਵੀ ਜਿਹੜੇ ਤੇ ਇਥੋਂ ਦੇ ਮਤਲਬ ਸਿਟੀਜ਼ਨ ਆ ਸੀਨੀਅਰ ਆ ਰਿਟਾਇਰ ਹੋ ਗਏ ਆ ਉਹਨਾਂ ਨੂੰ ਤੇ 1000 1200 ਕਿੰਨੇ ਪੈਨਸ਼ਨ ਦਿੰਦੇ ਆ, ਜਿਹੜੇ ਰਿਫਿਊਜੀ ਆਏ ਆ ਉਹਨਾਂ ਨੂੰ 2400 ਰੁਪਇਆ ਗ੍ਰਾਂਟ ਦੇ ਜਾਂਦੇ ਆ ਤੇ ਕੀ ਚੱਕਰ ਹੈ ਜਿਨ੍ਹਾਂ ਨੇ ਇੰਨਾ ਟੈਕਸ ਦਿੱਤਾ 35 36 ਸਾਲ ਉਹਨਾਂ ਨੂੰ 40 ਸਾਲ ਉਹਨਾਂ ਨੂੰ ਪੈਨਸ਼ਨ ਵੀ ਥੋੜੀ ਤੇ ਜਿਹੜੇ ਬਾਹਰੋਂ ਆਉਂਦੇ ਆ ਉਹਨਾਂ ਨੂੰ ਇੰਨੇ ਮਤਲਬ ਜਿਹੜਾ ਕੰਪਨਸੇਟ ਕਰਦੇ ਇਹਦੇ ਬਾਰੇ ਕੀ ਸਰਕਾਰ ਦਾ ਵਿਊ ਹੈ जी? ठीक है जी, वैसे बहुत मेहरबानी। सुन कुछ होर लेंदे आ ते फैक्चुअल ट्रुथ कुछ डिफरेंट हुंदा जी। वो सुनी सुनाई आपां कई बारी इस तरह भी लगदी आ आपां नूं ज़्यादा कह लो भी नहीं गल चंगी लगदी पई जदों इस तरह दा नंबर कोई सुनीए, पर असल दे विच जानी फैक्ट्स जिहड़े आ ओह डिफरेंट हो सकदे आ भी हुण किसी नूं 2400 क्यों मिल रिहा कि किन्ने जी आ किन्ने बच्चे आ कई तरह के फैक्टर हो सकते आ। बट इन जनरल रिफ्यूजीज दे लई भी इन्ना भी नहीं भांडा खुला रखा होया। ये ठीक है भी जेड़े बंदे ने आके कह ही दिता भी मैं ते मारिया जाऊंगा भी यह जे लोड़वंद लोगों का आसरा सदा ये कैनेडा मुल्क जड़ा बन के रहा। और मैं चाहूँगा भी जिन्होंने लोगों को इत्थे आउण दा मौका मिलिया कि जे उन्हां दी जेब विच हुण सब कुछ पै चुका आ भी PR भी पै चुका कैनेडियन सिटीजनशिप भी पै चुकी है तो हुण खुद ओह तंग दिल इन्ने ना हो जाण भी नवें आ रहे लोगों नूं जानी असीं खांदियां देख के खुश ना होईए हैं जी भी उन्हां दा भी जे कुछ बन रिहा ते आपां सदा अपना वो समा याद रखीए जदों असीं भी अजे इत्थे आउण लई एक दिन तरसदे हुंदे सीगे जी। ਅਸੀਂ ਵੀ ਇੱਥੇ ਆਉਣ ਲਈ ਅਰਦਾਸਾਂ ਕਰਦੇ ਹੁੰਦੇ ਸੀਗੇ, ਸੁਖਣਾ ਸੁੱਕਦੇ ਹੁੰਦੇ ਸੀਗੇ। ਕਦੇ ਅਸੀਂ ਮਤਲਬ ਲੈ ਕੇ ਕੜਾਹ ਦਾ ਖੀਰ ਦਾ ਕਲਮੰਡਲ ਕਿਸੇ ਪਾਸੇ ਨੂੰ ਜਾਂਦੇ ਸੀ, ਕਦੇ ਕਿਤੇ ਅਰਦਾਸਾਂ ਕਰਨ ਜਾਂਦੇ ਸੀ। ਜਿਹੜੇ ਭੈਣ ਭਰਾਵਾਂ ਵਿਅਕਤੀਆਂ ਨੂੰ ਆਪਣਾ ਉਹ ਸਮਾਂ ਯਾਦ ਰਹਿੰਦਾ ਜੀ ਉਹਨਾਂ ਨੂੰ ਆਮ ਤੌਰ ਤੇ ਇੱਥੇ ਕੈਨੇਡਾ ਚ ਆ ਕੇ ਕੈਨੇਡਾ ਦੀ ਭੱਲ ਵੀ ਪਚਦੀ ਰਹਿੰਦੀ ਆ ਵੀ ਉਹ ਸੋਹਣਾ ਆਪਣਾ ਜੀਵਨ ਕਈ ਵਾਰੀ ਸਿਰਜ ਲੈਂਦੇ ਨੇ ਤੇ ਸਿਰਜ ਲੈਂਦੀਆਂ ਨੇ। पर ਜਿਹੜੇ ਜਾਣੀ ਕਿ ਵੀ ਸਮਾਂ ਬਦਲਦਿਆਂ ਤੁਰੰਤ ਉਹਨਾਂ ਦੇ ਦਿਮਾਗ ਦੀ ਹਾਲਤ ਬਦਲ ਜਾਂਦੀ ਆ ਤੇ ਦਿਮਾਗ ਕਈ ਵਾਰੀ ਖਰਾਬ ਤੇ ਖਟਪਟਾ ਹੋ ਜਾਂਦਾ ਅਟਪਟਾ। ਉਹ ਫਿਰ ਜਾਣੀ ਕਿ ਆਪਣੀਆਂ ਕਾਰਸਤਾਨੀਆਂ ਦੇ ਨਾਲ ਆਪਣੇ ਖੀਸੇ ਭਰਨ ਲਈ ਕੈਨੇਡਾ ਦਾ ਸਤਿਆਨਾਸ਼ ਘੁਣ ਤੇ ਸਿਉਂਕ ਬਣ ਕੇ ਕਰਦੇ ਤੇ ਕਰਦੀਆਂ। ਸੋ ਇਸ ਤਰੀਕੇ ਦੀ ਜਿਹੜੀ ਆਪਾਂ ਮਤਲਬ ਪ੍ਰਸਤ ਖੁਦਗਰਜ਼ ਮਾਨਸਿਕਤਾ ਨਹੀਂ ਰੱਖਣੀ ਹੈ ਜੀ। ਆਪਾਂ ਉਸ ਕੌਮ ਵਿੱਚੋਂ ਨਹੀਂ ਆ ਜੀ। ਆਪਾਂ ਕੌਮ ਉਹ ਹੈ ਜਿਹੜੇ ਦੱਬੇ ਕੁਚਲਿਆਂ ਦੇ ਸਦਾ ਕੰਮ ਆਉਂਦੀ ਆ। सो असीं खुद उत्थों आके जे अज रिफ्यूजियां दे खिलाफ बोलांगे तो मैं नहीं समझांगा कि साडे पक्ष तो ये उचित गल होएगी। पहली गल तो यही है। दूसरा कैनेडा नंबर 1 देश दुनिया का इन्ने कमले लोगों का देश नहीं हैगा। एवें ही अपना खजाना लुटाई जाणगे रेस्ट अश्योर्ड। ठीक है, रिफ्यूजियां नूं कैनेडियन गवर्नमेंट उन्ना कुछ नहीं दे रही जिन्ना कि आम जिद्दां इत्थे कोई बैठा बथेरे तुहानूं इत्थे लोग टक्कर जाणगे। साडे अपने चों ही लोग अपने विचों ही लोग तुहानूं जिहड़े वैलफेयरां लै रहे ते लै रहीआं आ है ना। मतलब हुण पता नहीं भी आपां आए किहड़े काम सी ते कर किहड़े काम रहे आ जी। जिहड़ी एडी मजबूरी हो गई भी असीं वैलफेयर ते सारी उम्र बैठे रहीए, इस मुल्क नूं चरूंडण ते कोई आउंदा नहीं है। पर दूसरे पासे बड़ा जैनुअन जिहा रिफ्यूजीज नूं जिहड़ा जी भी ओह मंथली गुजारा करन जोगा मिलदा पत्ता उड़ीकदे रिफ्यूजी भी रहिंदे आ सानू वर्क परमिट मिले ते असीं काम करिए। बिल्कुल सो इस करके ये निक्के निक्के छोटे छोटे लोग जिहड़े बेचारे अपना गुजारा करदे ने तंगियां तुरशियां दे विच उहनां वल बाला देखण दी लोड़ नहीं है। आओ जरा हिरदा वड्डा करिए। कैनेडा वगदा समुंदर इन्हां ने हिरदा वड्डा कीता। इन्हां नूं आ के इत्थे लोग चरूंडदे ते चरूंडदियां जिन्ना कि किसी दे चुंझ च पै सकदा कोई घट नहीं करता ते कोई घट नहीं करदी। पर फिर भी ये वड्डे दिल वाले लोगों ने कदी परवाह नहीं की ते परमात्मा इन्हां नूं होर दे रहा जी। सो तद करके कदे भी अपनी संकीर्ण बुद्धि च असीं नहीं सोचना। ये लोग बहुत सियाणे ने, साडे नालों बहुत अगे ने। नंबर 1 मुल्क उन्होंने अपनी सोच ते सियाणप नाल बनाया है। अज आके मगरों सदियां बाद जे असीं कहिए भी असीं इन्हां नालों वध सियाणे हो गए होवांगे, पर यह ना कहिए भी साडे नालों घट सियाणे हो गए। ठीक है, असीं होवांगे वध सियाणे। असीं
ਉਦੋਂ ਤੱਕ ਆਪਣੇ ਆਪ ਨੂੰ ਘੱਟ ਸਿਆਣੇ ਸਮਝਦੇ ਆ ਜਦੋਂ ਤੱਕ ਅਜੇ ਇੱਥੇ 에ਅਰਪੋਰਟ ਤੋਂ ਨਿਕਲ ਕੇ ਟੈਚੀ ਰੱਖੇ ਨਹੀਂ। ਟੈਚੀ ਰੱਖਣ ਲਈ ਤਾਂ ਸਾਡੀ ਬੁੱਧੀ ਇਹਨਾਂ ਨਾਲੋਂ ਵੱਡੀ ਹੋ ਗਈ ਤੇ ਫਿਰ ਇਹਨਾਂ 'ਚ ਸਾਨੂੰ ਨੁਕਸ ਵੀ ਨਜ਼ਰ ਆ ਗਏ। ਜਿੰਨਾ ਚਿਰ ਅਜੇ ਆਪਾਂ ਦਿੱਲੀ 에ਅਰਪੋਰਟ ਤੇ ਹੀ ਆ ਉਹਨਾਂ ਚਿਰ ਸਾਨੂੰ ਇਹਨਾਂ 'ਚ ਕੋਈ ਨੁਕਸ ਨਜ਼ਰ ਨਹੀਂ ਆਇਆ ਜੀ। ਸੋ ਤਦ ਕਰਕੇ ਹੁਣ ਤੁਸੀਂ ਮੈਨੂੰ ਦੱਸੋ, ਬਿਹਾਰ ਤੋਂ ਤੇ ਯੂਪੀ ਤੋਂ ਕੋਈ ਪੰਜਾਬ ਆਵੇ ਤੇ ਉਹ ਪੰਜਾਬ ਦੇ ਲੋਕਾਂ ਦੇ ਨੁਕਸੇ ਹੀ ਕੱਢੀ ਜਾਵੇ, ਤੁਹਾਨੂੰ ਜੀਣਾ ਨਹੀਂ ਆਉਂਦਾ, ਕਿੱਦਾਂ ਲੱਗੂ ਤੁਹਾਨੂੰ? ਉਹ ਕਿੱਦਾਂ ਮਹਿਸੂਸ ਕਰੋਗੇ? ਸੋ ਇਸ ਕਰਕੇ ਥੋੜਾ ਜਿਹਾ ਯਾਦ ਰੱਖੀਏ ਵੀ ਸਾਡੇ ਆਉਣ ਤੋਂ ਪਹਿਲਾਂ ਇਸ ਮੁਲਕ ਨੂੰ ਇੱਥੇ ਆਉਣ ਜੋਗਾ ਸਾਡੇ ਵੀ ਸਾਨੂੰ ਉੱਥੇ ਬੈਠਿਆਂ ਬੜੀ ਕਾਹਲੀ ਪਈ ਵੀ ਚੱਲੀਏ ਨੰਬਰ 1। ਇਹਨੂੰ ਨੰਬਰ 1 ਕਿਸੇ ਨੇ ਬਣਾਇਆ ਸੀ ਤੇ ਅਸੀਂ ਬਸ ਉਹ ਗੱਲ ਯਾਦ ਰੱਖੀਏ, ਗੱਲ ਤੇ ਇਹਨਾਂ ਦੇ ਨੁਕਸ ਨਾ ਕੱਢੀਏ। ਇੰਨੇ ਕਮਲੇ ਨਹੀਂ ਹੈਗੇ ਵੀ ਰਿਫਿਊਜੀਆਂ ਨੂੰ ਆਪਣਾ ਮੁਲਕ ਲੁਟਾ ਦੇਣਗੇ। ਆਲਰਾਈਟ ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਤੁਸੀਂ ਵੀ ਜੌਲ ਸਾਹਿਬ ਦੇ ਨਾਲ ਡਾਇਰੈਕਟ ਗੱਲਬਾਤ ਕਰਨਾ ਚਾਹੁੰਦੇ ਹੋ, ਨੰਬਰ ਇਜ਼ 4168953784 4168953784 ਤੇ ਤੁਸੀਂ ਜੌਲ ਸਾਹਿਬ ਦੇ ਨਾਲ WhatsApp ਗਰੁੱਪ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ। ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।